ਹੈਲੋ एवरीवन ਵੈਲਕਮ ਟੂ ਦਿਸ ਚੈਨਲ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੀਐਸ ਟੈਟ 2023 ਜੋ ਕਿ 12 ਮਾਰਚ ਨੂੰ ਕੰਡਕਟ ਕਰਵਾਇਆ ਜਾ ਰਿਹਾ ਹੈ ਅਤੇ ਜਿਸ ਦੇ ਲਈ ਜੋ ਵੀ ਸਾਇੰਸ ਦਾ ਸਿਲੇਬਸ ਰਹਿਣ ਵਾਲਾ ਹੈ ਉਹ ਸਾਇੰਸ ਦੇ ਸਿਲੇਬਸ ਦੇ ਲਈ ਆਪਾਂ ਇੱਕ ਰਿਵੀਜ਼ਨ ਸੀਰੀਜ਼ ਸ਼ੁਰੂ ਕੀਤੀ ਗਈ ਹੈ ਇਨ ਦਾ ਫਾਰਮ ਆਫ ਇੰਪੋਰਟੈਂਟ ਕੁਐਸਚਨਸ ਪਲੱਸ ਪ੍ਰੀਵੀਅਸ ਈਅਰ ਕੁਐਸਚਨਸ। ਅਤੇ ਜਿਸ ਦੇ ਵਿੱਚ ਅੱਜ ਆਪਣੀ ਰਿਵੀਜ਼ਨ ਸੀਰੀਜ਼ ਦਾ ਜੋ ਕਿ ਥਰਡ ਟੌਪਿਕ ਹੈ ਮਟੀਰੀਅਲਸ ਆਫ ਡੇਲੀ ਯੂਜ਼ ਅਤੇ ਇਸ ਦੇ ਕੁਝ ਇੰਪੋਰਟੈਂਟ ਕੁਐਸਚਨ ਜਿਹੜੇ ਮੋਸਟ ਪ੍ਰੋਬੇਬਲੀ ਇਸ ਚੈਪਟਰ 'ਚੋਂ ਪੁੱਛੇ ਜਾਂਦੇ ਨੇ ਅਕਸਰ, ਅਤੇ ਆਪਾਂ ਅੱਜ ਉਹਨਾਂ ਦੀ ਰਿਵੀਜ਼ਨ ਕਰਾਂਗੇ, ਇੱਕ ਲੁੱਕ ਦੇਖਾਂਗੇ ਉਹਨਾਂ ਦੀ। ਅਤੇ ਆਪਾਂ ਸ਼ੁਰੂ ਕਰਦੇ ਹਾਂਗੇ ਆਪਣੇ ਫਸਟ ਟੌਪਿਕ ਜੋ ਕਿ ਹੈ ਪੋਲੀਮਰ ਤੋਂ ਸਟਾਰਟ ਕਰਦੇ ਹਾਂ। ਅਤੇ ਪੋਲੀਮਰ ਦੇਖੋ, ਪੋਲੀਮਰ ਬਣਿਆ ਹੈ ਟੂ ਵਰਡਸ ਤੋਂ ਮਿਲ ਕੇ ਬਣਿਆ ਹੈ, ਪੋਲੀ ਪਲੱਸ ਮਰ। ਪੋਲੀ ਦਾ ਮਤਲਬ ਹੁੰਦਾ ਹੈ ਮੈਨੀ, ਮਰ ਮਤਲਬ ਯੂਨਿਟਸ, ਯਾਨੀ ਕਿ ਮੈਨੀ ਯੂਨਿਟਸ ਜਦੋਂ ਇੱਕ ਆਪਸ ਦੇ ਵਿੱਚ ਕੰਬਾਈਨ ਹੋ ਜਾਂਦੀਆਂ ਨੇ, ਰਿਪੀਟ ਹੋ ਜਾਂਦੀ ਹੈ ਇੱਕ ਸੇਮ ਯੂਨਿਟ, ਤਾਂ ਕੀ ਹੋ ਕੇ ਇਕੱਠੇ ਹੋ ਕੇ ਕੀ ਬਣਾਉਂਦੀਆਂ ਨੇ, ਪੋਲੀਮਰ ਬਣਾਉਂਦੀਆਂ ਨੇਗੀਆਂ। ਪੋਲੀਮਰ ਕੀ ਹੁੰਦੇ ਨੇਗੇ, ਵੈਰੀ ਲਾਰਜ ਮੋਲੀਕਿਊਲਸ ਹੈਵਿੰਗ ਹਾਈ ਮੋਲੀਕੂਲਰ ਮਾਸ। ਜਦੋਂ ਇਹ ਯੂਨਿਟਸ ਕਾਫੀ ਸਾਰੀਆਂ ਯੂਨਿਟਸ ਆਪਸ ਦੇ ਵਿੱਚ ਮਿਲ ਜਾਂਦੀਆਂ ਨੇਗੀਆਂ ਤਾਂ ਇਹਨਾਂ ਦਾ ਮੋਲੀਕੂਲਰ ਮਾਸ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਹਾਈ ਮੋਲੀਕਿਊਲਸ, ਇਸ ਲਈ ਇੱਕ ਲਾਰਜ ਮੋਲੀਕਿਊਲਸ ਦਾ ਰੂਪ ਲੈ ਲੈਂਦੇ ਨੇ ਪੋਲੀਮਰ। ਤਕਰੀਬਨ ਇਹਨਾਂ ਦਾ ਮਾਸ ਆ ਜਿਹੜਾ ਕਿੰਨਾ ਹੁੰਦਾ ਹੈਗਾ, ਐਵਰੇਜ ਮਾਸ ਦੀ ਗੱਲ ਕਰੀਏ 10⁻³ ਤੋਂ 10⁻7 ਯੂਨਿਟ ਪੋਲੀਮਰ ਦਾ ਐਵਰੇਜ ਮਾਸ ਹੁੰਦਾ ਹੈ। ਜਿਹੜੀ ਰਿਪੀਟਿੰਗ ਯੂਨਿਟ ਆਪਣੇ ਆਪ ਨੂੰ ਰਿਪੀਟ ਕਰਕੇ ਇੱਕ ਸਿੰਗਲ ਪੋਲੀਮਰ ਬਣਾਉਂਦੀ ਹੈ, ਉਹ ਰਿਪੀਟਿੰਗ ਯੂਨਿਟ ਨੂੰ ਕੀ ਕਹਿੰਦੇ ਨੇਗੇ, ਮੋਨੋਮਰ ਕਹਿੰਦੇ ਨੇਗੇ, ਠੀਕ ਹੈ ਜੀ। ਅਤੇ ਪ੍ਰੋਸੈਸ ਆ ਜਿਹੜਾ ਇਹ ਜਦੋਂ ਆਪਸ ਦੇ ਵਿੱਚ ਰਿਪੀਟ ਹੋਣ ਦਾ ਜੋ ਇਹ ਪ੍ਰੋਸੈਸ ਹੈ, ਇਹ ਸਾਰੇ ਪ੍ਰੋਸੈਸ ਨੂੰ ਕੀ ਕਹਿੰਦੇ ਨੇਗੇ, ਪੋਲੀਮਰਾਈਜੇਸ਼ਨ ਦਾ ਪ੍ਰੋਸੈਸ, ਪੋਲੀਮਰਾਈਜੇਸ਼ਨ ਕਹਿੰਦੇ ਨੇਗੇ। ਕੀ ਕਹਿੰਦੇ ਨੇਗੇ, ਪ੍ਰੋਸੈਸ ਆਫ ਫਾਰਮੇਸ਼ਨ ਆਫ ਪੋਲੀਮਰ, ਕੀ ਕਹਿੰਦੇ ਨੇਗੇ, ਪੋਲੀਮਰਾਈਜੇਸ਼ਨ। ਅਤੇ ਨੈਕਸਟ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ ਕਿ ਕਿਵੇਂ ਇੱਕ ਸਿੰਗਲ ਯੂਨਿਟ ਕੀ ਆਪਣੇ ਆਪ ਨੂੰ ਰਿਪੀਟ ਕਰਕੇ ਇੱਕ ਸਿੰਗਲ ਪੋਲੀਮਰ ਬਣਾਉਂਦੀ ਹੈ। ਫੋਰ ਐਗਜ਼ਾਮਪਲ ਦੇਖੋ, ਇਥੀਨ ਦੀ ਐਗਜ਼ਾਮਪਲ ਲਈ ਆਪਾਂ ਨੇ CH2 ਡਬਲ ਬੌਂਡ CH2, ਠੀਕ ਹੈ, ਇਹਦੇ N ਮੋਲੀਕਿਊਲਸ ਲਏ ਨੇਗੇ। ਜਦੋਂ ਇਹ ਪੋਲੀਮਰਾਈਜੇਸ਼ਨ ਦੇ ਪ੍ਰੋਸੈਸ ਦੇ ਅੰਡਰ ਜਾਏਗੀ ਤਾਂ ਕੀ ਆ, ਆਪਣੇ ਆਪ ਨੂੰ ਰਿਪੀਟ ਕਰਕੇ ਇੱਕ ਸਿੰਗਲ ਯੂਨਿਟ, ਲਾਰਜ ਯੂਨਿਟ ਕੌਨਸਟੀਟਿਊਟ ਕਰੇਗੀ। ਇਹਨੂੰ ਆਪਾਂ ਨੇ ਕੀ ਫਾਈਨਲੀ ਕਿਹੜਾ ਪੋਲੀਮਰ ਆਪਾਂ ਨੂੰ ਮਿਲੇਗਾ, ਪੋਲੀਈਥੀਨ ਪੋਲੀਮਰ। ਕਿਹੜਾ ਮਿਲੇਗਾ, ਪੋਲੀਈਥੀਨ ਪੋਲੀਮਰ, ਠੀਕ ਹੈ। ਇਥੀਨ ਯੂਨਿਟ ਜਦੋਂ ਅੰਡਰ ਪੋਲੀਮਰਾਈਜੇਸ਼ਨ ਪ੍ਰੋਸੈਸ ਦੇ ਗਈ ਤਾਂ ਪੋਲੀਈਥੀਨ ਪੋਲੀਮਰ ਆਪਾਂ ਨੂੰ ਮਿਲਿਆ। ਆਪਾਂ ਕੁਝ ਟਾਈਪਸ ਦੇਖਦੇ ਹਾਂ ਪੋਲੀਮਰ ਦੀਆਂ। ਪੋਲੀਮਰ ਹੁੰਦੇ ਨੇ ਨੈਚੁਰਲ ਪੋਲੀਮਰ, ਜਾਂ ਹੋ ਸਕਦੇ ਨੇ ਸੈਮੀ ਸਿੰਥੈਟਿਕ ਜਾਂ ਸਿੰਥੈਟਿਕ। ਨੈਚੁਰਲ ਕਿਹੜੇ ਹੁੰਦੇ ਨੇ, ਨੈਚੁਰਲ ਦਾ ਓਰੀਜਨ ਕੀ ਹੁੰਦਾ ਗਾ, ਯਾਨੀ ਕਿ ਨੇਚਰ ਤੋਂ ਮਿਲਦੇ ਨੇ ਜਿਹੜੇ ਆਪਾਂ ਨੂੰ, ਠੀਕ ਹੈ, ਪਲਾਂਟਸ ਤੋਂ ਮਿਲਦੇ ਨੇ ਜਿਨ੍ਹਾਂ ਦਾ ਓਰੀਜਨ ਪਲਾਂਟਸ ਹੈਗਾ, ਐਨੀਮਲਸ ਨੇਗੇ। ਕਿਹੜੇ ਨੇਗੇ ਉਹ, ਪ੍ਰੋਟੀਨ ਹੋ ਗਿਆ, ਸੈਲੂਲੋਜ਼ ਹੋ ਗਿਆ, ਸਟਾਰਚ ਹੋ ਗਿਆ, ਰਬੜ ਹੋ ਗਈ, ਰੇਜ਼ਿਨਸ ਹੋ ਗਈਆਂ। ਇਹ ਸਾਰੀਆਂ ਕੀ ਨੇਗੀਆਂ ਆਪਣੇ ਕੋਲ, ਨੈਚੁਰਲ ਪੋਲੀਮਰ ਦੀਆਂ ਐਗਜ਼ਾਮਪਲਸ ਨੇਗੀਆਂ। ਨੈਕਸਟ ਗੱਲ ਕਰੀਏ ਆਪਾਂ ਸੈਮੀ ਸਿੰਥੈਟਿਕ ਪੋਲੀਮਰ। ਸੈਮੀ ਮਤਲਬ ਜਿਹੜੇ ਡਰਾਈਵ ਕੀਤੇ ਗਏ ਨੇਗੇ, ਸਿੰਥੈਟਿਕ ਨੇਗੇ ਯਾਨੀ ਕਿ ਆਰਟੀਫਿਸ਼ੀਅਲੀ ਲੈਬ 'ਚ ਮੇਡ ਕੀਤੇ ਗਏ ਨੇ, ਬਟ ਸੈਮੀ ਨੇ, ਫੁੱਲੀ ਸਿੰਥੈਟਿਕ ਨਹੀਂ ਹੈਗੇ, ਫੁੱਲੀ ਮੈਨ ਮੇਡ ਨਹੀਂ ਹੈਗੇ, ਜਾਂ ਫੁੱਲੀ ਕੀ ਹੈਗਾ ਲੈਬ 'ਚ ਨਹੀਂ ਪ੍ਰੋਡਿਊਸ ਕੀਤੇ ਗਏ। ਕੀ ਹੈਗਾ, ਨੇਚਰ ਤੋਂ ਹੀ ਡਰਾਈਵ ਕੀਤੇ ਗਏ ਨੇ। ਜੋ ਨੇਚਰ ਤੋਂ ਆਪਾਂ ਨੂੰ ਪੋਲੀਮਰ ਮਿਲਦੇ ਨੇ ਉਹਨਾਂ ਤੋਂ ਹੀ ਫਰਦਰ ਡਰਾਈਵ ਕਰਕੇ ਜਿਹੜੇ ਪੋਲੀਮਰ ਆਪਾਂ ਨੂੰ ਮਿਲੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ, ਸੈਮੀ ਸਿੰਥੈਟਿਕ ਪੋਲੀਮਰਸ। ਇਹ ਡਰਾਈਵ ਕੀਤੇ ਗਏ ਨੇ। ਫੋਰ ਐਗਜ਼ਾਮਪਲ ਸੈਲੂਲੋਜ਼ ਆਪਾਂ ਨੇ ਪੜ੍ਹਿਆ ਸੀਗਾ ਕਿ ਆਪਾਂ ਨੂੰ ਪਲਾਂਟਸ ਤੋਂ ਮਿਲਦਾ ਹੈ ਸੈਲੂਲੋਜ਼, ਠੀਕ ਹੈ ਜੀ। ਤਾਂ ਸੈਲੂਲੋਜ਼ ਦਾ ਇੱਕ ਡੈਰੀਵੇਟਿਵ ਲਿਆ ਇਹਨਾਂ ਨੇ, ਸੈਲੂਲੋਜ਼ ਐਸੀਟੇਟ, ਜਿਹਨੂੰ ਕੀ ਕਿਹਾ, ਰੇਓਨ ਦਾ ਨਾਮ ਦਿੱਤਾ ਇਹਨਾਂ ਨੇ। ਕਿਹਦਾ ਨਾਮ ਦਿੱਤਾ ਹੈ, ਸੈਲੂਲੋਜ਼ ਐਸੀਟੇਟ ਨੂੰ, ਜਿਹਨੂੰ ਰੇਓਨ ਕਹਿੰਦੇ ਨੇਗੇ, ਠੀਕ ਹੈ ਜੀ। ਇੱਕ ਹੋਵੇ ਸਿੰਥੈਟਿਕ ਪੋਲੀਮਰ। ਸਿੰਥੈਟਿਕ ਜਿਹੜੇ ਪਿਓਰਲੀ ਕੀ ਆ ਲੈਬ ਦੇ ਵਿੱਚ ਮੇਡ ਕੀਤੇ ਜਾਂਦੇ ਨੇ, ਮੈਨ ਮੇਡ ਹੁੰਦੇ ਨੇ ਪਿਓਰਲੀ 100%। ਇਹਨਾਂ ਨੂੰ ਆਰਟੀਫਿਸ਼ੀਅਲੀ ਮੇਡ ਕੀਤੇ ਜਾਂਦੇ ਨੇ, ਠੀਕ ਹੈ। ਫੋਰ ਐਗਜ਼ਾਮਪਲ ਪਲਾਸਟਿਕ ਹੋ ਗਈ, ਸਿੰਥੈਟਿਕ ਰਬੜ ਹੋ ਗਈ ਜਿਵੇਂ ਨਾਈਲੋਨ 66, ਸਿੰਥੈਟਿਕ ਫਾਈਬਰ ਨਾਈਲੋਨ 66, ਸਿੰਥੈਟਿਕ ਰਬੜ ਹੋ ਗਈ ਜਿਹਨੂੰ ਬਿਊਨਾ ਐਸ ਰਬੜ ਕਹਿੰਦੇ ਨੇ, ਆਰਟੀਫਿਸ਼ੀਅਲ ਰਬੜ ਵੀ ਕਹਿੰਦੇ ਨੇ ਇਹਨੂੰ, ਠੀਕ ਹੈ ਜੀ। ਅਤੇ ਇਹਦੇ ਅੱਗੇ ਕੁਝ ਟਾਈਪਸ ਪੜ੍ਹਾਂਗੇ। ਲੀਨੀਅਰ ਪੋਲੀਮਰ ਕਿਸ ਤਰ੍ਹਾਂ ਦੀ ਕਾਈਂਡ ਦੇ ਹੁੰਦੇ ਨੇਗੇ, ਠੀਕ ਹੈ, ਇਹਨਾਂ ਦੀ ਸ਼ੇਪ ਸਟਰਕਚਰ ਦੇ ਬੇਸਿਸ ਦੇ ਉੱਤੇ ਕਿਸ ਤਰ੍ਹਾਂ ਦੀ ਕਾਈਂਡ ਦੇ ਹੁੰਦੇ ਨੇ, ਲੀਨੀਅਰ, ਬ੍ਰਾਂਚਡ ਅਤੇ ਕ੍ਰੋਸ ਲਿੰਕਡ। ਲੀਨੀਅਰ ਕਿਹੜੇ ਹੋ ਗਏ, ਜਿਹੜੀਆਂ ਲੌਂਗ ਸਟ੍ਰੇਨਸ ਲੇਨ। ਲੀਨੀਅਰ ਦਾ ਮਤਲਬ ਜਿਹੜੇ ਇੱਕੋ ਲਾਈਨ ਦੇ ਵਿੱਚ, ਠੀਕ ਹੈ, ਇੱਕ ਸਿੰਗਲ ਯੂਨਿਟ ਆਪਸ ਦੇ ਵਿੱਚ ਰਿਪੀਟ ਹੋ ਕੇ ਇੱਕ ਸਿੰਗਲ ਲਾਰਜ ਚੇਨ ਬਣਾ ਦਿੰਦੀ ਹੈ ਸਟਰੇਟ। ਉਸ ਤੋਂ ਬਾਅਦ ਜਿਹੜੇ ਆਪਾਂ ਨੂੰ ਪੋਲੀਮਰ ਮਿਲਦੇ ਹੋ ਗਏ ਲੀਨੀਅਰ ਪੋਲੀਮਰ, ਲੌਂਗ ਐਂਡ ਸਟਰੇਟ ਚੇਨਸ। ਇਹਦੀਆਂ ਐਗਜ਼ਾਮਪਲਸ ਯਾਦ ਰੱਖਿਓ, ਪੋਲੀਈਥੀਨ ਹੋ ਗਿਆ, PVC ਹੋ ਗਿਆ। PVC ਕੀ, ਪੋਲੀ ਵਿਨਾਇਲ ਕਲੋਰਾਈਡ, ਠੀਕ ਹੈ, ਸਿੰਗਲ ਯੂਨਿਟ ਆਪਸ ਦੇ ਵਿੱਚ ਰਿਪੀਟ ਹੋ ਕੇ ਜਦੋਂ ਲਾਸਟ ਇੱਕ ਫਾਈਨਲੀ ਆਪਾਂ ਨੂੰ ਪ੍ਰੋਡਕਟ ਮਿਲਦਾ ਹੈ ਜਿਹੜਾ ਇੱਕ ਲੌਂਗ ਸਟਰੇਟ ਚੇਨ ਦੀ ਰੂਪ ਦੇ ਵਿੱਚ ਹੁੰਦਾ, ਜਿਹਨੂੰ ਆਪਾਂ ਲੀਨੀਅਰ ਪੋਲੀਮਰ ਕਹਾਂਗੇ। ਬ੍ਰਾਂਚਡ ਚੇਨ ਦੇ ਵਿੱਚ ਕੀ ਹੁੰਦਾ, ਲੀਨੀਅਰ ਚੇਨਸ ਤਾਂ ਹੁੰਦੀਆਂ ਹੀ ਨੇਗੀਆਂ, ਬਟ ਜਿਹੜੀਆਂ ਚੇਨਸ ਹੁੰਦੀਆਂ ਨੇ ਉਹਦੀਆਂ ਕੁਝ ਨਾ ਕੁਝ ਬ੍ਰਾਂਚਿਸ ਨਿਕਲੀਆਂ ਹੁੰਦੀਆਂ ਨੇ ਸਾਈਡ ਦੇ ਉੱਤੇ, ਠੀਕ ਹੈ ਜੀ, ਜਾਂ ਮਿਡ ਦੇ ਉੱਤੇ ਸਾਈਡ ਦੇ ਉੱਤੇ ਕੁਝ ਬ੍ਰਾਂਚਿਸ ਹੁੰਦੀਆਂ ਨੇ ਹਲਕੀਆਂ ਜਿਹੀਆਂ, ਠੀਕ ਹੈ।
ਤਾਂ ਉਹ ਕੀ ਹੋ ਜਾਂਦੇ ਨੇ, ਚੇਨ ਸਟੇਟ ਚੇਂਜ ਹੁੰਦੀਆਂ ਨੇ, ਬਟ ਉਹਨਾਂ ਦੇ ਕੁਝ ਬ੍ਰਾਂਚਿਸ ਹੁੰਦੀਆਂ ਨੇ, ਉਹਨੂੰ ਬ੍ਰਾਂਚ ਚੇਨ ਕਹਿ ਦਿੰਦੇ ਨੇ, ਠੀਕ ਹੈ। ਪੋਲੀਮਰ ਇਹਨਾਂ ਦੀ ਡੈਂਸਿਟੀ ਕੀ ਹੁੰਦੀ ਹੈ, ਲੋ ਹੁੰਦੀ ਹੈਗੀ, ਠੀਕ ਹੈ, ਬ੍ਰਾਂਚ ਚੇਨ ਦੀ। ਨੈਕਸਟ ਆ ਗਿਆ ਆਪਣੇ ਕੋਲ ਕ੍ਰੋਸ ਲਿੰਕਡ ਜਾਂ ਨੈਟਵਰਕ ਪੋਲੀਮਰ। ਇਹਦੇ ਵਿੱਚ ਕੀ ਹੁੰਦਾ, ਸੇਮ ਹੈਗਾ, ਇਹ ਦੇਖੋ ਲੀਨੀਅਰ ਬ੍ਰਾਂਚਿਸ ਹੁੰਦੀਆਂ ਨੇਗੀਆਂ, ਸਟੇਟ ਚੇਨ ਬ੍ਰਾਂਚਿਸ ਹੁੰਦੀਆਂ ਨੇ, ਬਟ ਜਿਹੜੀਆਂ ਉਹਨਾਂ ਦੀਆਂ ਸਾਈਡ ਬ੍ਰਾਂਚਿਸ ਹੁੰਦੀਆਂ ਨੇ, ਸਾਈਡ ਚੇਨਸ ਹੁੰਦੀਆਂ ਨੇ, ਉਹ ਸਾਈਡ ਚੇਨ ਕੀ ਹੈ ਨਾ, ਅਲੱਗ-ਅਲੱਗ ਬ੍ਰਾਂਚਿਸ ਦੀਆਂ ਜਾਂ ਅਲੱਗ-ਅਲੱਗ ਸਟੇਟ ਪੋਲੀਮਰ ਦੀਆਂ, ਲੀਨੀਅਰ ਪੋਲੀਮਰ ਦੀਆਂ ਅਲੱਗ-ਅਲੱਗ ਬ੍ਰਾਂਚਿਸ ਆਪਸ ਦੇ ਵਿੱਚ ਕੀ ਹੁੰਦੀਆਂ ਨੇ, ਜੁੜੀਆਂ ਹੁੰਦੀਆਂ ਨੇ ਕੋਵਲੈਂਟ ਬੌਂਡ ਦੀ ਫਾਰਮ ਦੇ ਵਿੱਚ, ਠੀਕ ਹੈ। ਕੰਟੇਨ ਸਟਰੋਂਗ ਕੋਵਲੈਂਟ ਬੌਂਡ ਬਿਟਵੀਨ ਵੇਰੀਅਸ ਲੀਨੀਅਰ ਪੋਲੀਮਰਸ, ਠੀਕ ਹੈ। ਪੋਲੀਮਰ ਕੀ ਨੇ, ਆਪਸ ਦੇ ਵਿੱਚ ਜਿਹੜੀਆਂ ਸਾਈਡ ਚੇਨ ਨੇ ਕੋਵਲੈਂਟ ਬੌਂਡ ਫਾਰਮ ਕਰ ਲੈਂਦੀਆਂ ਨੇ ਇੰਟਰੈਕਟ ਕਰਕੇ, ਤਾਂ ਕਿ ਕ੍ਰੋਸ ਲਿੰਕ ਇੱਕ ਤਰ੍ਹਾਂ ਦਾ ਨੈਟਵਰਕ ਬਣ ਜਾਂਦਾ ਹੈ, ਠੀਕ ਹੈ। ਜਿਵੇਂ ਬੇਕੇਲਾਈਟ ਹੋ ਗਈ ਇਹਦੀ ਐਗਜ਼ਾਮਪਲ, ਮੈਲਾਮਾਈਨ ਹੋ ਗਿਆ ਆਪਣੇ ਕੋਲ, ਠੀਕ ਹੈ ਜੀ। ਇਹਨਾਂ ਦੀ ਐਗਜ਼ਾਮਪਲਸ ਹੋ ਗਈਆਂ ਬੇਕੇਲਾਈਟ ਅਤੇ ਮੈਲਾਮਾਈਨ। ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਹੁਣ ਆਪਾਂ ਇਸ ਚੈਪਟਰ ਦਾ। ਨੈਕਸਟ ਹੈ ਆਪਣੇ ਕੋਲ ਕੁਝ ਇੰਪੋਰਟੈਂਟ ਪੋਲੀਮਰਸ ਨੇਗੇ, ਠੀਕ ਹੈ। ਇਹਨਾਂ ਦੇ ਉੱਤੋਂ ਹਰ ਵਾਰੀ ਕੋਈ ਨਾ ਇੱਕ ਜਾਂ ਦੋ ਕੁਐਸਚਨ ਆਲਵੇਜ਼ ਬਣਦੇ ਨੇ ਇਹਨਾਂ ਦੇ ਵਿੱਚੋਂ, ਹਰ ਵਾਰੀ ਪੇਪਰ ਜਦੋਂ ਵੀ ਕੰਡਕਟ ਹੋਇਆ। ਤਾਂ ਆਪਾਂ ਕੁਝ ਇੰਪੋਰਟੈਂਟ ਪੋਲੀਮਰ ਦੇਖਾਂਗੇ ਜਿਹੜੇ ਸਿੰਥੈਟਿਕ ਨੇਗੇ। ਫਸਟ ਆਪਾਂ ਦੇਖਾਂਗੇ ਰੇਓਨ। ਰੇਓਨ ਆਪਾਂ ਪਹਿਲਾਂ ਪੜ੍ਹ ਕੇ ਹਟਿਆਂਗੇ ਆਪਾਂ ਨੂੰ, ਠੀਕ ਹੈ ਜੀ, ਪਲਾਂਟਸ ਤੋਂ ਮਿਲਦਾ ਹੈ ਜੋ। ਅਤੇ ਆਪਾਂ ਪੜ੍ਹਾਂਗੇ ਹੁਣ ਮੇਡ ਆਫ ਕਿਹਦਾ, ਰੇਓਨ ਦੀ ਜਿਹੜੀ ਆਪਾਂ ਪੜ੍ਹਿਆ ਪੋਲੀਮਰ ਬਣਦੇ ਕਿਵੇਂ ਨੇ, ਸਿੰਗਲ ਯੂਨਿਟ ਜਦੋਂ ਰਿਪੀਟ ਹੁੰਦੀ ਹੈਗੀ, ਠੀਕ ਹੈ। ਫਾਈਨਲੀ ਕੀ ਆ, ਪੋਲੀਮਰ ਆਪਾਂ ਨੂੰ ਮਿਲਦਾ ਹੈ ਸਿੰਗਲ ਯੂਨਿਟ ਦੇ ਰਿਪੀਟ ਹੋਣ ਤੋਂ। ਤਾਂ ਜਿਹੜੀ ਇਹ ਸਿੰਗਲ ਯੂਨਿਟ ਬਾਰੇ ਪੜ੍ਹਾਂਗੇ ਇਹਨਾਂ ਦੀ ਕਿਹੜੀ ਹੈ, ਰੇਓਨ ਦੀ ਕਿਹੜੀ ਹੈਗੀ ਸਿੰਗਲ ਯੂਨਿਟ ਜਾਂ ਰਿਪੀਟਿੰਗ ਮੋਨੋਮਰ ਕਿਹੜਾ ਗਾ, ਜਿਹਨੂੰ ਰਿਪੀਟ ਕਰਕੇ ਫਾਈਨਲੀ ਰੇਓਨ ਪ੍ਰੋਡਕਟ ਮਿਲਦਾ ਆਪਾਂ ਨੂੰ। ਰੇਓਨ ਦਾ ਕੀ ਆ, ਸੈਲੂਲੋਜ਼ ਕੀ ਹੈ ਇਹਦੀ ਮੋਨੋਮਰ ਯੂਨਿਟ ਆ, ਪਹਿਲਾਂ ਵੀ MCQ ਬਣ ਚੁੱਕਿਆ ਹੈਗਾ। ਰੇਓਨ ਕਿਤੋਂ ਬਣਦਾ ਗਾ, ਸੈਲੂਲੋਜ਼ ਤੋਂ। ਰੇਓਨ ਨੂੰ ਕੀ ਕਹਿੰਦੇ ਨੇ, ਜਾਂ ਇਹ ਪੁੱਛ ਲੈਂਦੇ ਨੇ ਆਰਟੀਫਿਸ਼ੀਅਲ ਸਿਲਕ ਕਿਹਨੂੰ ਕਹਿੰਦੇ ਨੇ, ਰੇਓਨ ਨੂੰ, ਜਾਂ ਰੇਓਨ ਨੂੰ ਹੋਰ ਕੀ ਕਹਿੰਦੇ ਨੇਗੇ, ਆਰਟੀਫਿਸ਼ੀਅਲ ਸਿਲਕ ਕਹਿੰਦੇ ਨੇ। ਇਹ ਉਹਦਾ ਕੈਮੀਕਲ ਫਾਰਮੂਲਾ C18H32O16, ਯਾਨੀ ਕਿ ਕਾਰਬਨ 18 ਹਾਈਡਰੋਜਨ 32 ਆਕਸੀਜਨ 16 ਮੋਲੀਕਿਊਲਸ, ਠੀਕ ਹੈ ਜੀ, 16 ਐਟਮਸ। ਨਾਇਲੋਨ, ਨੈਕਸਟ ਕੁਐਸਚਨ ਆ ਗਿਆ ਨਾਇਲੋਨ ਜਾਂ ਪੋਲੀਅਮਾਈਡ। ਨਾਇਲੋਨ ਨੂੰ ਕੀ ਕਹਿ ਦਿੰਦੇ ਨੇ, ਪੋਲੀਅਮਾਈਡ। ਪੋਲੀ ਮਤਲਬ ਮੈਨੀ ਅਮਾਈਡ ਯੂਨਿਟਸ, ਠੀਕ ਹੈ, ਕੌਨਸਟੀਟਿਊਟ ਕਰਕੇ ਨਾਇਲੋਨ ਪੋਲੀਮਰ ਕ੍ਰੀਏਟ ਕਰਦੀਆਂ ਨੇਗੀਆਂ। ਅਤੇ ਫਸਟ ਮੈਨ ਮੇਡ ਫਾਈਬਰ ਆ ਜਿਹੜੀ, ਸਿੰਥੈਟਿਕ ਫਾਈਬਰ ਵੀ ਕਿਹਾ ਜਾਂਦਾ ਨਾਇਲੋਨ ਨੂੰ। ਕੀ ਹੈ, ਫਸਟ ਮੈਨ ਮੇਡ ਫਾਈਬਰ ਕਿਹਾ ਜਾਂਦਾ, ਕਿਹਨੂੰ ਕਿਹਾ ਜਾਂਦਾ ਗਾ, ਨਾਇਲੋਨ ਨੂੰ। ਕੁਐਸਚਨ ਇਹਦਾ ਵੀ ਬਣਿਆ ਹੋਇਆ ਪਹਿਲਾਂ ਕਿ ਫਸਟ ਮੈਨ ਮੇਡ ਫਾਈਬਰ ਕਿਹੜੀ ਹੈਗੀ, ਨੀਚੇ ਆਪਸ਼ਨਸ ਦੇ ਦੇਣਗੇ 4, ਠੀਕ ਹੈ। ਨਾਇਲੋਨ ਜਾਂ ਨਾਇਲੋਨ, ਇਹਨਾਂ ਦੇ ਵਿੱਚੋਂ ਕਿਹੜੀ ਵਿੱਚ ਆਫ ਦਾ ਫੋਲੋਇੰਗ ਕੀ ਹੈ, ਫਸਟ ਮੈਨ ਮੇਡ ਫਾਈਬਰ ਹੈਗੀ, ਇਹਦੇ ਐਗਜ਼ਾਮਪਲਸ ਦੇ ਦੇਣਗੇ। ਕਿੱਥੇ ਯੂਜ਼ ਹੁੰਦੀ ਹੈ ਨਾਇਲੋਨ, ਆਪਾਂ ਦੇਖਿਆ ਬਰਸ਼ ਬ੍ਰੇਸਿਸ, ਠੀਕ ਹੈ, ਬਰਸ਼ ਦੀਆਂ ਜਿਹੜੀਆਂ ਵਾਇਰਸ ਹੁੰਦੀਆਂ ਨੇ ਉੱਪਰ ਆਪਣਾ ਜੋ ਟੁੱਥ ਬਰਸ਼ ਹੈਗੇ ਉਹਦੇ, ਠੀਕ ਹੈ, ਤਾਰਾਂ ਹੁੰਦੀਆਂ ਨੇ ਜੋ ਰੋਪ, ਪੈਰਾਸ਼ੂਟ ਰੋਪਸ ਹੋ ਗਈਆਂ ਐਟਸੈਟਰਾ, ਬੈਲਟ ਵਗੈਰਾ ਬਣਾਉਣ ਦੇ ਵਿੱਚ, ਠੀਕ ਹੈ। ਨਾਇਲੋਨ ਜਿਵੇਂ ਨਾਇਲੋਨ ਦੀਆਂ ਰੱਸੀਆਂ ਕਹਿ ਦਿੰਦੇ ਆਪਾਂ, ਠੀਕ ਹੈ ਜੀ, ਥਰੈਡ ਹੋ ਗਏ ਨਾਇਲੋਨ ਦੇ। ਹੁਣ ਨਾਇਲੋਨ ਵੀ 2 ਕਾਈਂਡ ਦਾ ਹੁੰਦਾ ਗਾ, ਇੱਕ ਹੁੰਦਾ ਨਾਇਲੋਨ 6, ਇੱਕ ਹੁੰਦਾ ਨਾਇਲੋਨ 6, ਠੀਕ ਹੈ ਜੀ, ਇੱਕ ਹੁੰਦਾ ਨਾਇਲੋਨ 6, ਇੱਕ ਹੁੰਦਾ ਨਾਇਲੋਨ 6। ਇਹ ਦੋਨਾਂ ਦੇ ਅਲੱਗ-ਅਲੱਗ ਕੀ ਆਪਾਂ ਮੋਨੋਮਰ ਯੂਨਿਟਸ ਪੜ੍ਹਾਂਗੇ, ਰਿਪੀਟਿੰਗ ਯੂਨਿਟਸ ਪੜ੍ਹਾਂਗੇ। ਨਾਇਲੋਨ 6 ਇੱਕ ਵਾਰੀ ਹੈ ਤਾਂ ਇਹਦੇ ਵਿੱਚ ਕੀ ਹੈਗੀ, ਆਪਾਂ ਮੰਨ ਲਓ ਇੱਕ ਯੂਨਿਟ ਹੈਗੀ, ਠੀਕ ਹੈ। ਨਾਇਲੋਨ 6 ਦੇ ਵਿੱਚ ਇੱਕੋ ਹੀ ਰਿਪੀਟਿੰਗ ਯੂਨਿਟ ਹੈ, ਕੌਨਸਟੀਟਿਊਟਿੰਗ 6 ਕਾਰਬਨ ਐਟਮ ਨੇ, ਠੀਕ ਹੈ ਜੀ। ਤਾਂ ਨਾਇਲੋਨ 6 ਦਾ ਮੋਨੋਮਰ ਕੀ ਹੈ, ਕੈਪਰੋਲੈਕਟਮ। ਇਹ ਪਹਿਲਾਂ ਵੀ ਬਣ ਚੁੱਕਿਆ ਹੈਗਾ MCQ, ਠੀਕ ਹੈ ਜੀ। ਨਾਇਲੋਨ 6 ਦਾ ਕੀ ਹੈਗਾ ਮੋਨੋਮਰ ਯੂਨਿਟ, ਕੈਪਰੋਲੈਕਟਮ। ਨਾਇਲੋਨ 6 ਦੇ 2 ਵਾਰੀ ਹੈਗਾ, ਤਾਂ ਇਹਦਾ ਇੱਥੋਂ 2 ਤੋਂ ਯਾਦ ਰੱਖੋ ਵੀ ਇਹਦੀਆਂ 2 ਯੂਨਿਟਸ ਨੇਗੀਆਂ। 6 ਦੇ ਵਿੱਚ ਇੱਕ ਯੂਨਿਟ ਹੈਗੀ ਕੈਪਰੋਲੈਕਟਮ, 2 ਦੇ ਵਿੱਚ 2 ਯੂਨਿਟਸ ਨੇ, ਉਹਨਾਂ ਦਾ ਨਾਮ ਕੀ ਹੈਗਾ, ਐਡੀਪਿਕ ਐਸਿਡ ਅਤੇ HMD। ਕੀ ਆ, ਐਡੀਪਿਕ ਐਸਿਡ ਅਤੇ HMD ਦੀ ਫੁੱਲ ਫਾਰਮ ਕੀ ਹੈਗੀ, ਹੈਗਜ਼ਾਮਿਥਾਈਲਿਨ ਡਾਈਅਮਾਈਨ, ਠੀਕ ਹੈ ਜੀ। 2 ਯੂਨਿਟਸ ਨੇਗੀਆਂ ਨਾਇਲੋਨ 6 ਦੀਆਂ, ਇਹਦੇ ਵਿੱਚ ਇੱਕ 6 ਸੀਗਾ ਤਾਂ ਇੱਕ 6 ਦੇ ਲਈ ਕੈਪਰੋਲੈਕਟਮ ਆ ਗਈ। 2 ਦੇ ਲਈ ਆਪਾਂ ਨੇ ਪੜ੍ਹਿਆ ਐਡੀਪਿਕ ਐਸਿਡ ਅਤੇ HMD ਕੀ ਆ ਗਿਆ, ਹੈਗਜ਼ਾਮਿਥਾਈਲਿਨ ਡਾਈਅਮਾਈਨ, ਠੀਕ ਹੈ ਜੀ, ਐਡੀਪਿਕ ਐਸਿਡ ਪਲੱਸ HMD। ਨੈਕਸਟ ਕੁਐਸਚਨ ਆ ਗਿਆ ਟੈਰੀਲੀਨ, ਇਹਨੂੰ ਡੈਕਰੋਨ ਵੀ ਕਹਿ ਦਿੰਦੇ ਨੇ, ਪੋਲੀਐਸਟਰ ਵੀ ਕਹਿ ਦਿੰਦੇ ਨੇ, ਠੀਕ ਹੈ ਜੀ। ਇਹਦੀ ਰਿਪੀਟਿੰਗ ਯੂਨਿਟ ਕੀ ਆ, ਅਕਰਾਈਲਿਕ ਜਾਂ ਪੈਨ ਮਤਲਬ ਪੈਨ ਦੀ ਫੁੱਲ ਫਾਰਮ ਯਾਦ ਰੱਖਣੀ ਆ, ਪੋਲੀ ਅਕਰਾਈਲੋ ਨਾਈਟ੍ਰਿਲ, ਠੀਕ ਹੈ ਜੀ। ਕੀ ਆ, ਪੋਲੀ ਅਕਰਾਈਲੋ ਨਾਈਟ੍ਰਿਲ। ਪੋਲੀ ਤੋਂ ਮਤਲਬ ਆਪਾਂ ਪਹਿਲਾਂ ਵੀ ਪੜ੍ਹਿਆ ਮੈਨੀ ਯੂਨਿਟਸ, ਅਕਰਾਈਲਿਕ ਦੀਆਂ ਇਕੱਠੇ ਕੌਨਸਟੀਟਿਊਟ ਹੋ ਕਰਕੇ ਕੀ ਬਣਦੇ ਨੇ, ਫਾਈਨਲੀ ਟੈਰੀਲੀਨ, ਡੈਕਰੋਨ ਜਾਂ ਪੋਲੀਐਸਟਰ ਬਣਦਾ ਆਪਣੇ ਕੋਲ। ਯੂਜ਼ ਕੀ ਨੇ ਇਹਨਾਂ ਦੇ, ਸਵੈਟਰ, ਸ਼ਾਲਸ, ਬਲੈਂਕੈਟਸ, ਠੀਕ ਹੈ ਜੀ। ਜਾਂ ਇਹਨੂੰ PET ਇੱਕ ਯਾਦ ਰੱਖਣਾ ਗਾ, ਪੋਲੀ ਇਥੀਲੀਨ ਟੈਰੀਪਥੈਟਿਕਸ, ਠੀਕ ਹੈ ਜੀ। PET ਦੀ ਫੁੱਲ ਫਾਰਮ ਕੀ ਹੈ, ਪੋਲੀ ਇਥੀਲੀਨ। ਇਹ ਕੀ ਜੋ ਵੀ ਇਹ ਕੀ ਹੁੰਦੇ ਨਮੋਨਿਕਸ ਦੇ ਰੂਪ ਦੇ ਵਿੱਚ ਜਾਂ ਸ਼ਾਰਟ ਫਾਰਮ ਦੇ ਵਿੱਚ ਕੀ ਹੈ, ਇਹ MCQ ਬਣ ਜਾਂਦੇ ਨੇ। ਜਿਵੇਂ ਫੋਰ ਐਗਜ਼ਾਮਪਲ ਪੈਨ ਦੀ ਫੁੱਲ ਫਾਰਮ ਕਿਹੜੀ ਹੈਗੀ, ਵਿਚ ਆਫ ਦਾ ਫੋਲੋਇੰਗ ਕੀ ਹੈ, ਪੈਨ ਦੀ ਫੁੱਲ ਫਾਰਮ ਆ ਗਈ, ਤਾਂ ਉੱਥੇ ਤੁਸੀਂ ਯਾਦ ਰੱਖਣਾ ਗਾ ਪੋਲੀ ਅਕਰਾਈਲੋ ਨਾਈਟ੍ਰਿਲ, ਠੀਕ ਹੈ ਜੀ। PET ਦੀ ਪੁੱਛ ਲਈ ਆਪਾਂ ਤੋਂ ਤਾਂ ਲਿਖਣਾ ਪੋਲੀ ਇਥੀਲੀਨ ਟੈਰੀਪਥੈਟਿਕਸ, ਠੀਕ ਹੈ। ਯੂਜ਼ ਕੀਤਾ ਹੁੰਦਾ ਯੂਟੈਂਸਲਸ, ਠੀਕ ਹੈ ਜੀ, ਜਾਰਸ ਵਗੈਰਾ ਦੇ ਵਿੱਚ। ਤਾਂ ਨੈਕਸਟ ਕੁਐਸਚਨ ਹੈਗੀ
प्लास्टिक ते आ गया, ਆਪਾਂ ਦੇਖਾਂਗੇ प्लास्टिक भी एक तरह का की है पॉलीमर ही हैगा, ठीक है। पॉलीमर की है प्लास्टिक की पॉलीमर की काइंड हैगी। ਆਪਾਂ ਦੇਖਾਂਗੇ प्लास्टिक दो काइंड की हैगी इत्थे, एक हैगी थर्मोप्लास्टिक, एक है थर्मोसैटिंग। तो फसटली आप थर्मोप्लास्टिक बारे डिस्कस करते हैं। थर्मोप्लास्टिक की हैगा, डेफिनेशन देखो ये पहला, पॉलीमर विच सॉफ्टन ऑन हीटिंग बट रीगेन देयर ओरिजिनल प्रॉपर्टी आफ्टर कूलिंग। सिंपली की हैगा, थर्मोप्लास्टिक दे विच वो पॉलीमर आ जाते हैं जिहड़े कि अपनी शेप चेंज करते रहते हैं अंडर डिफरेंट एनवायरमेंटल सरकमस्टांसिस, ठीक है जी। जिवें अपने हीट की है उन्होंने प्रोवाइड करवाती किसी पॉलीमर नूं, ताकि वो अपनी जिहड़ी ओरिजिनल हार्ड शेप आ मान लो उन्होंने सॉफ्ट दे विच कन्वर्ट हो गया, हार्ड तो की हो गया सॉफ्ट हो गया। बट जो अपने उन्होंने हीट करना बंद करता, ठीक है, हीटिंग अपने हटा ली, ताकि जो कूल होने लग गया, कूल डाउन होने लग गया, ताकि उन्हें अपनी ओरिजिनल शेप च फिर वापस आ गया, फिर हार्ड हो गया। तो इस तरह जो कंडीशन आप पुट करते हैं तो वो अपनी शेप जी चेंज करते हैं, उन्होंने कह देंगे थर्मोप्लास्टिक, ठीक है जी। इन्हों रिसाइकल किया जा सकता, किन्हों थर्मोप्लास्टिक नूं रिसाइकल किया जा सकता। एग्जाम्पल्स किहड़ियां-किहड़ियां ने इन्हां दियां, पॉलीइथीन, PVC, टैफलॉन, पॉलीस्टायरीन, ठीक है जी। पॉलीइथीन, PVC, टैफलॉन, पॉलीस्टायरीन, इन्हां दे फरदर यूजेस देखांगे जां इन्हां दे, ठीक है। मोनोमर यूनिट्स आप अगे डिस्कस करांगे। ये हो गया थर्मोप्लास्टिक ते नाल की सी इन्हां दे थर्मोसैटिंग। थर्मोसैटिंग किहड़ी प्लास्टिक हुंदी हैगी, डू नॉट सॉफ्टन ऑन हीटिंग एंड रीगेन देयर ओरिजिनल शेप परमानेंटली, ठीक है जी। ਜਾਂ ठीक है अपनी शेप मान लो की है, सिंपली की है कि अपने कोई कंडीशन पुट करती आप हीट कर लगे, ठीक है, उन्होंने हीट प्रोवाइड कर लगे तो उनकी हार्ड जी शेप सी सॉफ्ट हो गई, तो कि सॉफ्ट परमानेंटली सॉफ्ट हो जाएगी। दोबारा जो अपने हीट प्रोवाइड करना बंद करता तो वो वापस की हैगी अपनी हार्ड शेप च नहीं आ गई, अपनी ओरिजिनल शेप च नहीं आ गई। एक बार जी वो सैट हो गई, थर्मो मतलब जो भी शेप वो परमानेंटली सैट हो गई, ठीक है जी। तो ਜਿਹੜੇ थर्मोसैटिंग ने ये कांट भी रिसाइकल्ड, ठीक है जी, ये रिसाइकल नहीं किए जा सकते। जिमें अपने थर्मोप्लास्टिक पढ़िया, इन्हों रिसाइकल किया जा सकता, बट थर्मोसैटिंग नूं रिसाइकल नहीं किया जा सकता, मतलब कि परमानेंटली सैट हो जाते हैं जो एक बार कंडीशन इन्होंने, ठीक है, अडोप्ट कर ली। तो ये कुछ एग्जाम्पल्स ने, जिमें बैकेलाइट हो गया, मेलामाइन हो गया। बैकेलाइट नूं फस्ट मैनमेड या ओल्डेस्ट पॉलीमर भी कहा जाता है, ठीक है, ओल्डेस्ट मैनमेड पॉलीमर। बैकेलाइट की हो गया फस्ट मैनमेड ओल्डेस्ट, ठीक है। बैकेलाइट तो मेलामाइन की ने थर्मोसैटिंग दे विच आ गए। तो PVC, पॉलीइथीन, टैफलॉन, पॉलीस्टायरीन, ये सारे थर्मोप्लास्टिक की एग्जाम्पल्स ने। नैक्सट आप करैक्टरिस्टिक्स देखते हैं प्लास्टिक दी की करैक्टरिस्टिक्स होंदियां ने, उत्ते ऑप्शनस दे विच की आ पुछ लैंदे ने, विच ऑफ द फॉलोइंग करैक्टरिस्टिक्स ने यैस नो या करैक्ट रॉन्ग इनकरैक्ट की फॉर्म दे विच पुछ लैंदे ने। प्लास्टिक दे विच किया जाता है कैमिकल इनर्ट होंदे ने, इनर्ट मतलब जिहड़े किसी नाल रिएक्ट नहीं करते। प्लास्टिक देखिया जी आपां ने वैसे ही पिया रहिंदा गा बाहर, मतलब कि किसी चीज़ नाल रिएक्ट ही नहीं करता, ना गलदा, ना बायोडिग्रेडेबल हुंदा ही नहीं है, ठीक है जी। उस तरह सालों तक ही उस तरह की कंडीशन च ही रहिंदा है। इनर्ट होंदे ने, कैमिकल कोई रिएक्शन नहीं करते ऑक्सीजन या एनवायरनमेंट नाल, ठीक है जी। क्रोजन रजिस्टेंट मतलब कि किसी तरह की कोई जंग वगैरह नहीं लगती हैगी प्लास्टिक नूं। लाइट होंदे ने, हल्के होंदे ने, ड्यूरेबल, फ्लैक्सीबल होंदे ने, ठीक है जी। पूअर कंडक्टर ऑफ हीट एंड इलैक्ट्रिसिटी मतलब कि प्लास्टिक के विचों की हीट या इलैक्ट्रिसिटी पास आउट नहीं छेती नहीं करती, इंसूलेटर होंदे ने प्लास्टिक, ठीक है जी। नैक्सट क्वेश्चन है आप टैफलॉन देख देंगे। टैफलॉन भी एक पॉलीमर है, PTFE कहते हैं इनू, PTFE यानी कि पॉलीटेट्रा फ्लोरोइथेन, ठीक है जी। ये भी MCQ इंपॉर्टेंट है, पॉलीटेट्रा फ्लोरोइथीन, ठीक है जी। PTFE टैफलॉन यूज़ कितने ने, नॉन स्टिकी कुकिंग यूटेंसिल्स, ऑटोमोबाइल फॉर डस्ट रजिस्टेंट दे विच। नॉन स्टिकी जिवें आपां कोई पैन वगैरह लै लैंदे बाजार दे विचों जिहड़े ब्लैक कलर की कोटिंग की हुंदी हैगी, जिहड़े नॉन स्टिकी जिन्होंने आपां कहने हैं, ठीक है, फूड वगैरह स्टिक नहीं करता जो कुक करते उन्होंने दे किहड़े पॉलीमर की कोटिंग की जाती हैगी, टैफलॉन पॉलीमर हुंदा वो, PTFE पॉलीटेट्रा फ्लोरोइथेन, ठीक है जी। तो नैक्सट क्वेश्चन है इस टॉपिक का, कुछ इंपॉर्टेंट पॉलीमर उन्होंने मोनोमर यूनिट्स ने मेन टॉपिक के इंपॉर्टेंट लए ने जिहड़े ऑल अक्सर की है पूछे जाते हैं, एक दो पूछे गए हैं पहला भी। तो ये इंपॉर्टेंट पॉलीमर किहड़े ने, जिवें रेयन आप पहला भी पढ़िया, रेयन की सी सैलूलोज, साइड के इन्हां दी यूजेस देखो, टायर्स, कॉर्स, कारपैट, टैक्सटाइल इंडस्ट्री दे विच, ठीक है। मेनली तुसीं इन्हां दी मोनोमर यूनिट्स याद रखनियां ने पॉलीमर दी, ठीक है जी। रेयन की आ गई सैलूलोज। नायलॉन 6 की आ गई कैप्रोलैक्टम, पहला ही पढ़िया अपने, थ्रैड रोप्स, टूथब्रश, ब्रिशल्स एटसैट्रा। तो नायलॉन 6 की एक पढ़ी सी, 6 दो बार आ गया, तो अपने इस तरह ट्रिक तो याद रखेगा कि दो की ने मोनोमर यूनिट्स ने, एडिपिक एसिड ते HMD। HMD की पढ़िया सी, हेक्सामिथाइलिन डाइमाइन, ठीक है जी।
6 ਦੀ 1 आ गई कैप्रोलैक्टम, नायलॉन 6 ਦੀਆਂ 2 आ गई एडिपिक एसिड ਤੇ HMD। टैरेलीन, डैक्रॉन या पॉलीअमाइड पढ़िया सी, पॉलीएस्टर, ठीक है जी। तो इथीलीन ग्लाइकोल या टैरीपथैलिक एसिड या सॉरी ਜਾਂ नहीं मतलब प्लस 2 की है 2 यूनिट्स आ गई इन्हों दी, इथीलीन ग्लाइकोल प्लस टैरीपथैलिक एसिड, ठीक है 2 मोनोमर यूनिट्स आ गई। पैन आप पहले ही पढ़िया पॉली अक्राइलोनाइट्रिल, अक्राइलिक की होंगी इन्हों की मोनोमर यूनिट होंगी हैगी अक्राइलोनाइट्रिल, ठीक है जी। पैन पी मूरे लग्या हुआ पॉली मतलब कि मैनी यूनिट्स की कॉन्स्टिट्यूट करदियां ने एक सिंगल पॉलीमर जिन्होंने पैन कह देंगे ने। पॉली अक्राइलोनाइट्रिल्स यूजेस देखो ब्लैंकेट्स, शॉल्स, स्वेटर्स, ठीक है सिंथैटिक वूल्स एक्सैट्रा। PET भी आप पढ़ चुके हैं पहला, पॉली इथिलीन टैरीपथैलेट, पॉली इथिलीन टैरीपथैलेट, इथिलीन प्लस टैरीपथैलेट, टैरीपथैलेट विच ही पिया, इथिलीन भी विच ही पिया। PET की है पॉली इथिलीन टैरीपथैलेट, इथिलीन ते टैरीपथैलेट इन्हां दी मोनोमर यूनिट्स ने। बॉटल, जार, यूटेंसिल्स इन्हां दे यूजेस होंदे ने, इस इंडस्ट्री च यूज़ होंदा इन्हां दा PET दा। ते ब्यूना एस आ गया एक इंपॉर्टेंट, ठीक है जी। ब्यूना एस नूं की कहंदे ने, आर्टिफिशियल रबड़ भी कहंदे ने कि ब्यूना एस नूं। ते ब्यूना एस दा फस्ट आ ब्यूना तो ही आ गया ब्यूटाडाइन प्लस स्टायरीन, एस आ गया, ठीक है जी। एस फॉर आप ला लेने स्टायरीन तो ब्यूना तो आप ब्यूटाडाइन, ठीक है जी ब्यूटाडाइन। तो ब्यूना इसनों आर्टिफिशियल रबड़ कहते हैं, 2 मोनोमर यूनिट्स ने ब्यूना तो ब्यूटाडाइन, इस तो आपने स्टायरीन, ठीक है जी। ऑटोमोबाइल टायर्स पार्ट्स के यूजेस होंगे इन्हों का। नैक्सट PVC आ गया फिर इंपॉर्टेंट, ठीक है जी। PVC की है फुल फॉर्म की है पॉली विनाइल क्लोराइड कहते हैं इन्हों, आप पाइप्स वगैरह यूज़ करते हैं घर के, ठीक है जी। वो सारे की है PVC तो बने होंगे ने। विनाइल क्लोराइड इन्हों की है जी मोनोमर यूनिट है। VC की है विनाइल क्लोराइड, P यूज़ होंगे फॉर पॉली विनाइल क्लोराइड, ठीक है जी। विनाइल क्लोराइड इन्हों का मोनोमर यूनिट हैगी। रिपीटिंग यूनिट जिन्होंने कहने आप पाइप्स, रेन कोट्स एटसैट्रा। इंसुलेटिंग मटीरियल्स की होंगे PVC यूज़ होंगे, कोटिंग के लिए रबड़ कोटिंग आ गई। नैक्सट आ गया अपने को PMMA, या जो तुम याद रख सकते हो पम्मा PMMA, ठीक है जी। पॉली मिथाइल मिथ अक्राइलेट की है जी, पॉली मिथाइल मिथ अक्राइलेट की आ गया मोनोमर यूनिट कि इन्हों की जी मिथाइल मिथ अक्राइलेट। पॉली आप साइड से पॉली आप यूज़ करते हैं फॉर मैनी यूनिट्स, सिंगल पॉलीमर बनता है जिन्हों तो की है इन्हों की सिंगल यूनिट की आ गई मिथाइल मिथ अक्राइलेट, विचों ही आ गया उन्होंने मिथाइल मिथ अक्राइलेट। PMMA तो की बन गया पॉली मिथाइल मिथ अक्राइलेट। ਲੈਂਜਸ हो गए, ट्रांसपेरेंट ऑब्जेक्ट्स हो गई, एयरक्राफ्ट विंडो एटसैट्रा, उन्होंने PMMA की है पॉलीमर यूज़ होंगे है, ठीक है जी। नैक्सट आ गया अपने को इस टॉपिक चैप्टर का क्वेश्चन कुछ। बेकेलाइट आ गया एक, बेकेलाइट के फिर 2 ने। बेकेलाइट आप पढ़िया थर्मोसैटिंग प्लास्टिक की कैटागरी पढ़िया से, आप इन्हों परमानेंटली सैट हो जाते हैं जोड़े बेकेलाइट तो मैलामाइन। बेकेलाइट के आगे फिनॉल तो फॉर्मैल्डिहाइड, तो मैलामाइन के आगे नाल ही पढ़ो फॉर्मैल्डिहाइड तो मैलामाइन, ठीक है जी। बेकेलाइट का आ गया फिनॉल तो फॉर्मैल्डिहाइड, मैलामाइन का आ गया फॉर्मैल्डिहाइड प्लस मैलामाइन, ठीक है जी। इन्हों के यूजेस ने बेकेलाइट कितने हैंडल्स ऑफ यूटेंसिल्स, क्रॉकरी, इलैक्ट्रिकल स्विचेस के बेकेलाइट यूज़ होंगे। मैलामाइन के क्रॉकरी पार्ट्स, फायर रजिस्टेंट फाइबर के तौर पर यूज़ होंगे मैलामाइन जोड़ा पॉलीमर है, ठीक है जी। दोनों नाल ही याद रखने हैं तो दोनों इंपॉर्टेंट भी ने। इन्हों के अक्सर इन्हों के मोनोमर यूनिट्स पूछे जाते हैं। बेकेलाइट के की है फिनॉल फॉर्मैल्डिहाइड यानी कि फिनॉल प्लस फॉर्मैल्डिहाइड। मैलामाइन की है फॉर्मैल्डिहाइड प्लस मैलामाइन, ठीक है जी। नैक्सट क्वेश्चन आ गया अपने को सिल्क फाइबर। सिल्क फाइबर कितों बनती हैगी? सिल्क वर्म्स तो, ठीक है जी। इंपॉर्टेंट है जोड़ा प्रोसैस है सिल्क वर्म तो सिल्क फाइबर बनने का, उन्होंने की कहते हैं सैरीकल्चर कहते हैं, ठीक है जी। ये पहला भी ये प्रीवियस ईयर क्वेश्चन है, पहला भी पूछा गया पिछली बार, ठीक है। सिल्क फाइबर तो कितों बनती है? सिल्क वर्म्स तो ये प्रोसैस में जिवें आप पॉलीमर बनने के प्रोसैस में आप पॉलीमराइजेशन कहा सीगा, ठीक है जी। रिपीटिंग यूनिट तो उमें सिल्क फाइबर बनने के प्रोसैस तो फ्रॉम सिल्क वर्म्स आप इनू नाम की देने सैरीकल्चर कहते हैं सारे प्रोसैस में, ठीक है जी। तो एक लाइफ साइकिल देखो सिल्क वर्म का लाइफ साइकिल की है। सब तो पहला एग बनता है, एग तो कैटरपिलर बनता है ग्रो होके, तो कैटरपिलर ग्रो होंदा अगे प्यूपा की स्टेज दे विच। प्यूपा तो अगे कनून बनता है, कनून की होंदा एक शैल लाइक स्ट्रक्चर होंदा है, ठीक है जी। ठीक है, वो शैल लाइक स्ट्रक्चर है जो कनून फरदर की डिवेलप होंदा फाइनल स्टेज दे विच। फाइनल स्टेज होंदी उहदी मौत, ठीक है जी, मौत कह लो।
ਐਗ ਤੋਂ ਕੈਟਰਪਿਲਰ ਤੋਂ ਪਿਊਪਾ ਤੋਂ ਕਕੂਨ ਤੋਂ ਫਾਈਨਲੀ ਮੌਥ। ਜਿਵੇਂ ਵੀ ਨਿਮੋਨਿਕ ਤੋਂ ਤੁਸੀਂ ਯਾਦ ਰੱਖ ਸਕਦੇ ਹੋ। ਫੋਰ ਐਗਜ਼ਾਮਪਲ ECPCM, ਸਿੰਪਲੀ ਇਹਨਾਂ ਦੇ ਫਸਟ ਵਰਡ ਚੱਕ ਲਓ, ਜਾਂ ਤੁਸੀਂ ਜਿਸ ਵੀ ਤਰ੍ਹਾਂ ਆਪਣਾ ਨਿਮੋਨਿਕ ਜਾਂ ਟ੍ਰਿਕ ਬਣਾ ਕੇ ਯਾਦ ਕਰ ਸਕਦੇ ਹੋ ਕੁਛ ਵੀ। ECPCM, ਠੀਕ ਹੈ ਜੀ, ਐਗ, ਕੈਟਰਪਿਲਰ, ਪਿਊਪਾ, ਕਨੂਨ ਤੇ ਫਾਈਨਲੀ ਮੌਥ। ਠੀਕ ਹੈ, 5 ਸਟੇਜਸ ਦੀ ਇਹਨਾਂ ਦੀ ਕੀ ਆ ਗਈ, ਸਿਲਕ ਵਰਮ ਦਾ ਲਾਈਫ ਸਾਈਕਲ ਆ ਗਿਆ। ਫਾਈਨਲੀ ਆਪਾਂ ਨੂੰ ਜਿਸ ਤੋਂ ਸਿਲਕ ਫਾਈਬਰ ਮਿਲਦੀ ਹੈ। ਠੀਕ ਹੈ ਜੀ। ਰੀਲਿੰਗ ਕੀ ਪ੍ਰੋਸੈਸ ਆ, ਥਰੈਡ ਆਊਟ ਆਫ ਕਨੂਨ, ਟੇਕਿੰਗ ਥਰੈਡ ਆਊਟ ਆਫ ਕਨੂਨ ਟੂ ਬੀ ਯੂਜ਼ਡ ਐਜ਼ ਸਿਲਕ ਕਾਲਡ ਰੀਲਿੰਗ। ਰੀਲਿੰਗ ਦਾ ਇੱਕ ਪ੍ਰੋਸੈਸ ਆ, ਜਿਹੜਾ ਆਪਾਂ ਕਾਨੂੰਨ ਪੜ੍ਹਿਆ ਜਿਹਨੂੰ ਆਪਾਂ ਸੈੱਲ ਲਾਈਕ ਸਟਰਕਚਰ ਕਿਹਾ ਹੈਗਾ, ਉਹਦੇ ਤੋਂ ਜਦੋਂ ਆਪਾਂ ਥਰੈਡ ਐਕਸਟਰੈਕਟ ਆਊਟ ਕਰ ਦਿਆਂਗੇ ਸਿਲਕ ਫਾਈਬਰ ਬਣਾਉਣ ਦੇ ਲਈ, ਫਾਈਨਲੀ ਉਹ ਪ੍ਰੋਸੈਸ ਨੂੰ ਕੀ ਕਹਿ ਦਿੰਦੇ ਨੇ, ਰੀਲਿੰਗ ਕਹਿ ਦਿੰਦੇ ਨੇ। ਠੀਕ ਹੈ ਜੀ। ਤੇ ਕੋਈ ਇੰਪੋਰਟੈਂਟ ਕੁਐਸਚਨ ਨੇ ਅੱਗੇ, ਜਿਵੇਂ ਵਰਮ ਆ, ਵਰਮ ਕਾਲਡ ਫਰੈਂਡ ਆਫ ਫਾਰਮਰਸ। ਇੱਕ ਵਰਮ ਹੈਗਾ ਜਿਹਨੂੰ ਫਰੈਂਡ ਆਫ ਫਾਰਮਰਸ ਕਿਹਾ ਜਾਂਦਾ, ਉਹ ਕਿਹੜਾ ਗਾ, ਅਰਥਵਰਮਸ। ਠੀਕ ਹੈ, ਜਿਹਨੂੰ ਗੰਡੋਏ ਕਹਿ ਦਿੰਦੇ ਪੰਜਾਬੀ ਦੇ ਵਿੱਚ। ਤੇ ਮੋਨੋਮਰ ਆਫ ਸੈਲੂਲੋਜ਼, ਸੈਲੂਲੋਜ਼ ਦਾ ਮੋਨੋਮਰ ਕੀ ਹੈ, ਫਰਦਰ ਸੈਲੂਲੋਜ਼ ਸਿੰਗਲ ਯੂਨਿਟ ਕੀ ਹੈ ਸੈਲੂਲੋਜ਼ ਦੀ। ਠੀਕ ਹੈ ਜੀ। ਜਿਵੇਂ ਆਪਾਂ ਰੇਓਨ ਦੇਖਿਆ, ਰੇਓਨ ਦਾ ਮੋਨੋਮਰ ਸੈਲੂਲੋਜ਼ ਆ। ਕਿ ਸੈਲੂਲੋਜ਼ ਕੀ ਤੋਂ ਬਣਦਾ ਹੈ, ਗਲੂਕੋਜ਼ ਤੋਂ ਬਣਦਾ। ਇਹਨਾਂ ਨੇ ਪੁੱਛਿਆ ਹੈਗਾ ਮੋਨੋਮਰ ਆਫ ਸੈਲੂਲੋਜ਼ ਕੀ ਹੈਗਾ, ਗਲੂਕੋਜ਼। ਠੀਕ ਹੈ ਜੀ। ਤੇ ਇਹ ਕੁਐਸਚਨ ਆ ਗਿਆ, ਇਨ ਵਿਚ ਸਟੇਟ ਡਿਸਟੈਂਸ ਬਿਟਵੀਨ ਪਾਰਟੀਕਲਸ ਗ੍ਰੇਟੈਸਟ। ਇਹ ਦੂਸਰੇ ਚੈਪਟਰ ਦਾ ਹੈ, ਚਲੋ ਆਪਾਂ ਡਿਸਕਸ ਕਰਦੇ ਹਾਂ। ਇਹ ਕਹਿੰਦੇ ਗੈਸ, ਲਿਕੁਇਡ ਜਾਂ ਸੋਲਿਡ, ਇਹਨਾਂ ਦੇ ਵਿੱਚੋਂ ਕਿਹਨਾਂ ਦੇ ਵਿੱਚੋਂ ਕੀ ਹੈ, ਕਿਹੜੇ ਇਹਨਾਂ ਤਿੰਨਾਂ ਸਟੇਟਸ ਦੇ ਵਿੱਚੋਂ, ਮੈਟਰ ਦੀਆਂ 3 ਸਟੇਟਸ ਨੇ, ਕਿਹਨਾਂ ਦੇ ਜਿਹੜੇ ਪਾਰਟੀਕਲ ਨੇ ਉਹਨਾਂ ਦੇ ਵਿੱਚ ਡਿਸਟੈਂਸ ਗ੍ਰੇਟੈਸਟ ਹੁੰਦਾ ਹੈ। ਠੀਕ ਹੈ, ਜਿਵੇਂ ਆਪਾਂ ਗੈਸ ਦੀ ਗੱਲ ਕਰਦੇ ਆਂਗੇ। ਠੀਕ ਹੈ, ਇਹ ਗੈਸ ਦੇ ਪਾਰਟੀਕਲ ਨੇ, ਮੰਨ ਲਓ ਗੈਸ ਦੇ ਪਾਰਟੀਕਲ ਦੇ ਕੀ ਐਕਸਟਰਨਲ ਪ੍ਰੈਸ਼ਰ ਕੀ ਹੈ, ਘੱਟ ਅਪਲਾਈ ਹੋ ਰਿਹਾ ਹੈਗਾ। ਠੀਕ ਹੈ ਜੀ। ਦੂਰ ਨੇਗੇ, ਇੰਟਰੈਕਟ ਜ਼ਰੂਰ ਕਰ ਰਹੇ ਨੇ ਬਟ ਉਹ ਦੂਰ ਨੇ ਪਾਰਟੀਕਲ ਆਪਸ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਗੈਪ ਸਭ ਤੋਂ ਜ਼ਿਆਦਾ ਹੈ। ਸੈਕੰਡਲੀ ਜੇ ਲਿਕੁਇਡ ਦੇਖੀਏ, ਫੋਰ ਐਗਜ਼ਾਮਪਲ ਵਾਟਰ ਲੈ ਲਿਆ ਆਪਾਂ ਜਾਰ ਦੇ ਵਿੱਚ। ਠੀਕ ਹੈ ਜੀ। ਤਾਂ ਵਾਟਰ, ਉਹਨਾਂ ਦੇ ਜਿਹੜੇ ਪਾਰਟੀਕਲ ਨੇ ਏਅਰ ਦੇ ਕੰਪੈਰੇਟਿਵਲੀ ਨਜ਼ਦੀਕ ਨੇਗੇ। ਠੀਕ ਹੈ ਜੀ। ਤਾਂ ਉਹਨਾਂ ਦੇ ਵਿੱਚ ਗੈਪ ਹੋਰ ਘੱਟ ਗਿਆ। ਜੇ ਆਪਾਂ ਸੋਲਿਡਸ ਦੀ ਗੱਲ ਕਰੀਏ, ਸੋਲਿਡਸ ਦੇ ਪਾਰਟੀਕਲ ਤਾਂ ਬਿਲਕੁਲ ਇੱਕ ਫਿਕਸ ਪੋਜੀਸ਼ਨ ਦੇ ਉੱਤੇ, ਠੀਕ ਹੈ, ਇੱਕ ਟਿਕੇ ਹੋਏ ਨੇਗੇ, ਫਿਕਸ ਪੋਜੀਸ਼ਨ ਦੇ ਉੱਤੇ ਨੇਗੇ, ਰਿਜਿਡ ਪੋਜੀਸ਼ਨ ਦੇ ਵਿੱਚ ਨੇ। ਠੀਕ ਹੈ ਜੀ। ਮੂਵ ਹੀ ਨਹੀਂ ਕਰਦੇ ਬਿਨਾਂ ਕਿਸੇ ਹਾਰਡ ਐਕਸਟਰਨਲ ਪ੍ਰੈਸ਼ਰ ਤੋਂ। ਤਾਂ ਸੋਲਿਡ ਦੇ ਵਿੱਚ ਤਾਂ ਉਹਨਾਂ ਦੇ ਪਾਰਟੀਕਲ ਦਾ ਸਭ ਤੋਂ ਡਿਸਟੈਂਸ ਕੀ ਹੈ, ਘੱਟ ਸੋਲਿਡ ਦੇ ਵਿੱਚ। ਸਭ ਤੋਂ ਜ਼ਿਆਦਾ ਡਿਸਟੈਂਸ ਕੀ ਹੈ, ਗੈਸਿਸ ਦੇ ਵਿੱਚ ਹੈਗਾ। ਸਭ ਤੋਂ ਜ਼ਿਆਦਾ ਗੈਸਿਸ ਦੇ ਵਿੱਚ, ਉਸ ਤੋਂ ਬਾਅਦ ਲਿਕੁਇਡ ਤੋਂ ਬਾਅਦ ਸੋਲਿਡ ਦੇ ਵਿੱਚ। ਠੀਕ ਹੈ ਜੀ। ਤਾਂ ਨੈਕਸਟ ਕੁਐਸਚਨ ਇਸ ਟੌਪਿਕ ਦਾ, ਵਿਚ ਆਫ ਦਾ ਫੋਲੋਇੰਗ ਇਜ਼ ਯੂਜ਼ਡ ਐਜ਼ ਮੌਥ ਰਿਪੈਲੈਂਟ ਐਂਡ ਇਨਸੈਕਟੀਸਾਈਡ। ਕਿਹੜਾ ਇਹਨਾਂ ਦੇ ਵਿੱਚੋਂ, ਅਸਲ ਦੇ ਵਿੱਚ ਮੈਂ ਪਹਿਲਾਂ ਵੀਡੀਓ ਰਿਕਾਰਡ ਕੀਤੀ ਸੀਗੀ, ਤਾਂ ਉਹ ਮੈਂ ਧਿਆਨ ਨਹੀਂ ਦਿੱਤਾ ਅਤੇ ਮਾਈਕ ਦੀ ਤਾਰ ਨਿਕਲ ਗਈ, ਅਤੇ ਜਿਹਦੇ ਕਰਕੇ ਉਹ ਆਵਾਜ਼ ਨਹੀਂ ਆ ਰਹੀ ਸੀ ਵੀਡੀਓ ਦੇ ਵਿੱਚ, ਤਾਂ ਮੈਨੂੰ ਦੁਬਾਰਾ ਰਿਕਾਰਡ ਕਰਨੀ ਪੈ ਰਹੀ ਹੈ ਵੀਡੀਓ। ਅਤੇ ਚਲੋ ਤੁਸੀਂ ਦੇਖੋ ਇਸਦੀ, ਵਿਚ ਆਫ ਦਾ ਫੋਲੋਇੰਗ ਇਜ਼ ਯੂਜ਼ਡ ਐਜ਼ ਮੌਥ ਰਿਪੈਲੈਂਟ ਐਂਡ ਇਨਸੈਕਟੀਸਾਈਡ। ਇਹਨਾਂ ਵਿੱਚ 4 ਆਪਸ਼ਨਸ ਦਿੱਤੀਆਂ ਸੀ, ਯੂਰੀਆ, ਨੈਪਥਲੀਨ, ਬੈਂਜੋਇਕ ਐਸਿਡ, ਸਿਟਰਿਕ ਐਸਿਡ। ਅਤੇ ਇਹਨਾਂ ਨੇ ਪੁੱਛਿਆ ਕਿ ਵਿਚ ਆਫ ਦਾ ਫੋਲੋਇੰਗ ਇਜ਼ ਯੂਜ਼ਡ ਐਜ਼ ਮੌਥ ਰਿਪੈਲੈਂਟ ਐਂਡ ਇਨਸੈਕਟੀਸਾਈਡ। ਯੂਰੀਆ ਗਾ, ਇਹਨਾਂ ਦਾ ਰਾਈਟ ਆਪਸ਼ਨ ਕੀ ਹੈਗਾ, ਨੈਪਥਲੀਨ। ਨੈਪਥਲੀਨ ਯੂਜ਼ ਹੁੰਦਾ ਗਾ ਐਜ਼ ਮੌਥ ਰਿਪੈਲੈਂਟ ਐਂਡ ਇਨਸੈਕਟੀਸਾਈਡ। ਯੂਰੀਆ ਨੂੰ ਆਪਾਂ ਕਿਵੇਂ ਯੂਜ਼ ਕਰਦੇ ਹਾਂ, ਯੂਰੀਆ ਯੂਜ਼ ਕਰਦੇ ਹਾਂ ਐਜ਼ ਮੈਨੂਅਰ, ਖਾਦ ਖੇਤਾਂ ਦੇ ਵਿੱਚ ਪਾਉਣ ਦੇ ਲਈ ਯੂਰੀਆ ਯੂਜ਼ ਕਰਦੇ ਹੈਗੇ। ਬੈਂਜੋਇਕ ਐਸਿਡ ਆਪਾਂ ਪਿਛਲੇ ਚੈਪਟਰ ਦੇ ਵਿੱਚ ਵੀ ਪੜ੍ਹਿਆ ਸੀ, ਐਸਿਡ ਬੇਸ ਦੇ ਵਿੱਚ। ਬੈਂਜੋਇਕ ਐਸਿਡ ਨੂੰ ਯੂਜ਼ ਕੀਤਾ ਜਾਂਦਾ ਐਜ਼ ਅ ਫੂਡ ਪ੍ਰੈਜ਼ਰਵੇਟਿਵ, ਜਿਵੇਂ ਸਟੋਰਸ ਦੇ ਵਿੱਚ, ਠੀਕ ਹੈ, ਮਾਲਸ ਦੇ ਵਿੱਚ ਫੂਡ ਦੀ ਸ਼ੈਲਫ ਲਾਈਫ ਨੂੰ ਲੰਬੇ ਟਾਈਮ ਤੱਕ ਸਟੋਰ ਕਰਕੇ ਰੱਖਣ ਦੇ ਲਈ। ਠੀਕ ਹੈ, ਨਹੀਂ ਤਾਂ ਫੂਡ ਖਰਾਬ ਹੋ ਜਾਂਦਾ ਹੈ, ਬਟ ਉਹਨੂੰ ਉਹਦੀ ਲੌਂਗ ਲਾਈਫ ਦੇ ਲਈ, ਠੀਕ ਹੈ, ਉਹਨੂੰ ਸਟੋਰ ਕਰਕੇ ਰੱਖਣ ਦੇ, ਉਹਦੇ ਵਿੱਚ ਇੱਕ ਐਸਿਡ ਮਿਕਸ ਕੀਤਾ ਜਾਂਦਾ ਜਿਹਨੂੰ ਬੈਂਜੋਇਕ ਐਸਿਡ ਕਹਿੰਦੇ ਨੇ। ਉਹਨੂੰ ਐਜ਼ ਅ ਫੂਡ ਪ੍ਰੈਜ਼ਰਵੇਟਿਵ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ, ਬੈਂਜੋਇਕ ਐਸਿਡ ਨੂੰ। ਸਿਟਰਿਕ ਐਸਿਡ ਆਪਾਂ ਨੇ ਡਿਸਕਸ ਕੀਤਾ ਸੀਗਾ, ਸਿਟਰਸ ਫਰੂਟਸ ਦੇ ਵਿੱਚ ਪਾਇਆ ਜਾਂਦਾ, ਜਿਵੇਂ ਆਪਣੇ ਲੈਮਨ ਹੋ ਗਿਆ, ਔਰੇਂਜ ਹੋ ਗਿਆ, ਇਹ ਸਾਰੇ ਸਿਟਰਸ ਫਰੂਟਸ ਨੇ, ਇਹਨਾਂ ਦੇ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ ਹੈ, ਸਿਟਰਿਕ ਐਸਿਡ। ਅਤੇ ਬਟ ਜੋ ਆਪਣਾ ਕੁਐਸਚਨ ਸੀਗਾ ਕਿ ਵਿਚ ਆਫ ਦਾ ਫੋਲੋਇੰਗ ਇਜ਼ ਯੂਜ਼ਡ ਐਜ਼ ਮੌਥ ਰਿਪੈਲੈਂਟ ਐਂਡ ਇਨਸੈਕਟੀਸਾਈਡ, ਉਹਦਾ ਆਨਸਰ ਕੀ ਹੈ, ਨੈਪਥਲੀਨ। ਨੈਕਸਟ ਕੁਐਸਚਨ ਹੈ, ਪੈਨਿਸਲੀਨ ਡਿਸਕਵਰਡ ਬਾਏ। ਪੈਨਿਸਲੀਨ ਦਾ ਖੋਜ ਕਿਹਨੇ ਕੀਤੀ ਸੀ, ਪੈਨਿਸਲੀਨ ਦੀ, ਅਲੈਗਜ਼ੈਂਡਰ ਫਲੇਮਿੰਗ ਨਾਂ ਦਾ ਬੰਦਾ ਸੀ, ਜਿਹੜਾ ਕਿ ਸਕਾਟਿਸ਼ ਫਿਜ਼ੀਸ਼ੀਅਨ ਸੀਗਾ ਇੱਕ, ਅਲੈਗਜ਼ੈਂਡਰ ਫਲੇਮਿੰਗ। ਠੀਕ ਹੈ, ਪੈਨਿਸਲੀਨ ਕਿਸ ਚੀਜ਼ ਲਈ ਯੂਜ਼ ਕੀਤਾ ਜਾਂਦਾ ਸੀ, ਯੂਜ਼ ਕੀਤਾ ਜਾਂਦਾ ਸੀ ਟੂ ਟਰੀਟ ਇਨਫੈਕਸ਼ਨਸ ਕਾਜ਼ਡ ਬਾਏ ਬੈਕਟੀਰੀਆ। ਬੈਕਟੀਰੀਅਲ ਇਨਫੈਕਸ਼ਨਸ ਜੋ ਹੁੰਦੀਆਂ ਨੇ ਉਹਨੂੰ ਰੋਕਣ ਦੇ ਲਈ, ਪ੍ਰੋਹਿਬਿਟ ਕਰਨ ਦੇ ਲਈ ਜਾਂ ਰਿਡਿਊਸ ਕਰਨ ਦੇ ਲਈ ਉਹਦਾ ਇੰਪੈਕਟ। ਠੀਕ ਹੈ, ਪੈਨਿਸਲੀਨ ਦਾ ਇੰਜੈਕਸ਼ਨ ਦੀ ਖੋਜ ਕੀਤੀ ਗਈ ਸੀਗੀ ਫਸਟਲੀ, ਅਤੇ ਇਹ ਕਿਹਨੇ ਕੀਤੀ ਸੀਗੀ, ਅਲੈਗਜ਼ੈਂਡਰ ਫਲੇਮਿੰਗ ਨਾਮ ਦਾ ਬੰਦਾ ਸੀ। ਅਤੇ ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ, ਕਲੋਰੋਕੁਇਨ। ਕਲੋਰੋਕੁਇਨ ਕੀ ਹੈਗਾ, ਇੱਕ ਕਲੋਰੋਕੁਇਨ ਇੱਕ ਐਂਟੀ ਮਲੇਰੀਅਲ ਡਰੱਗ ਹੈਗੀ। ਠੀਕ ਹੈ ਜੀ। ਅਤੇ ਆਪਣਾ ਆਪਾਂ ਲੋਕਡਾਊਨ ਦੇ ਵਿੱਚ ਵੀ ਦੇਖਿਆ, ਕਰੋਨਾ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਆ ਜਿਹੜੀ ਕਲੋਰੋਕੁਇਨ ਦੀ, ਜਿਹਨੂੰ HCQ ਵੀ ਕਹਿੰਦੇ ਨੇ, ਹਾਈਡਰੋਕਸੋ ਕਲੋਰੋਕੁਇਨ। ਠੀਕ ਹੈ, ਹਾਈਡਰੋਕਸੀ ਕਲੋਰੋਕੁਇਨ।
सब तो ज़्यादा प्रोडक्शन है जी वास्ट लैवल के उत्ते इंडिया के कीती जाती है HCQ की हाइड्रोक्सी क्लोरोक्विन। तो USA वर्गे कंट्रियां हो गई सब तो बिगेस्ट इंपोर्टर ने इस ड्रग दियाँ। एंटी मलेरियल ड्रग है जी मलेरिया नूं रोकण दे लिए यूज़ की जाती है। ठीक है जी। नैक्सट क्वेश्चन आ गया एंटीसैप्टिक एक्शन ऑफ डिटॉल इज़ ड्यू टू ਜਿਹੜਾ डिटॉल आप यूज़ करते हैं घरों के हैंड वॉश करते हैं। ठीक है उन्होंने जो मेनली काहदे करके जिहदे करके वो जर्म्स वगैरह नूं किते रोकते हैं या नष्ट करते हैं जर्म्स नूं उन्हों का एंटीसैप्टिक एक्शन है वो किहड़े कैमिकल करके हुंदा उन्होंने इहो जिहा मिक्स किया जाता डिटॉल्स दे विच उहदा नाम है क्लोरॉक्सीफिनॉल। ये याद रखना तुसीं ने ये MCQ पहलां भी आ चुके हैं क्लोरॉक्सीफिनॉल। ठीक है एंटीसैप्टिक एक्शन है जो डिटॉल का काहदे करके हुंदा है वो क्लोरॉक्सीफिनॉल नाम का कैमिकल हुंदा डिटॉल्स दे विच। नैक्सट अपने को आ गया कंपाउंड यूज एज एंटीबायोटिक जो आप टैबलेट्स वगैरह लैंदे हैं उन्होंने यह जिहा किहड़ा कैमिकल या कंपाउंड मिक्स यूज हुंदा जिहड़ा वास्ट क्वांटिटी दे विच जिहड़ा एंटीबायोटिक एक्शन करदा उहदा नाम है एम्पीसिलिन। की हैगा एम्पीसिलिन स्पैलिंग देख लो एम्पीसिलिन। नैक्सट आ गया नाइट्रस ऑक्साइड यूज़ की जाती है एज जरनल एनेस्थैटिक या जरनल एनेस्थीसिया जो ऑपरेशन थिएटरां दे विच जो ऑपरेशन किया जाता है पेशेंट्स का तो उन्होंने पेन एज एक पेन किलर या पेन रिड्यूस करने के लिए। ठीक है जब पेन ना हो। ठीक है वो एक जरनल एनेस्थीसिया जो हॉस्पिटल्स के विच यूज़ किया जाता है उसका नाम की है नाइट्रस ऑक्साइड। ठीक है इन्हू लाफिंग गैस के विच भी ये मेजर क्वांटिटी के विच यूज़ किया जाता है। ठीक है ताकि ब्रेन तक सिग्नल है जो अपने पेन का सिग्नल है जो ब्रेन तक ना जाए। ठीक है उन्होंने रोकने के लिए यूज़ किया जाता है एनेस्थीसिया नाइट्रस ऑक्साइड यूज़ किया जाता है। जो आप कलर्ड गलासिस वीयर करते हैं ठीक है धुप तो बचने के लिए आई प्रोटैक्शन के लिए। ठीक है कलर्ड गलासिस यूज़ किए जाते हैं फॉर गॉगल्स के लिए उन्होंने मेनली किहड़ा कंपाउंड यूज़ किया जाता फेरस ऑक्साइड। की नाम है फेरस ऑक्साइड। नैक्सट क्वेश्चन है कैमिकल फाउंड इन शैंपू जो आप शैंपू यूज़ करते हैं। ठीक है हेयर वॉश के लिए वो मेनली किहड़ा कैमिकल या किहड़ा कंपाउंड यूज़ होंदा है इथानॉल। किहड़ा यूज़ होंदा है इथानॉल। शैंपूज़ दे विच किहड़ा कैमिकल पाया जाता है इथानॉल। नैक्सट क्वेश्चन आ गया मैच बॉक्स स्ट्राइकिंग सरफेस यानी कि जो आप मैच बॉक्स यूज़ करते हैं घरों के अग बालन के लिए वो जो रैड सरफेस होंदा साइड उत्ते स्ट्राइकिंग फेस होंदा जिहदे ते आपां स्ट्राइक करते हैं। ठीक है अग बाल देंगे तो उस स्ट्राइकिंग सरफेस के उत्ते किस चीज़ का पेस्ट जो कि स्टिक किया जाता है ताकि जो मैच स्टिक वो आप स्ट्राइक कर देंगे तो वो अग पकड़ लैंदी है। वो किहड़ा कंपाउंड होंदा है उन्होंने फॉस्फोरस कहते हैं। तुसीं रैड फॉस्फोरस कह लो या फॉस्फोरस कह लो फॉस्फोरस कंपाउंड वो पेस्ट किया गया होंदा है रैड कलर का। ठीक है जी। तो नैक्सट क्वेश्चन अपने अज दे यही सी जो भी 25 या 25 तो 30 तक क्वेश्चन से जोड़े अपने इस चैप्टर के कंप्लीट हो चुके हैं। होपफुली तुसीं इस लैक्चर नूं इंजॉय किया होगा जिसके जो भी क्वेश्चन रहिंदे सीगे जां ऑलरेडी तुसीं रिवाइज कर चुके हो तो जो भी 1-2 पॉइंट तुहाडे रहिंदे होणगे होपफुली इस वीडियो दे विच कवर हो गए होणगे। तो थैंक यू वीडियो नूं देखण दे लई।